ਪ੍ਰਭ ਪੂਰਨ ਪੈਜ ਰਖਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਦੇ ਸਜੇ ਹੋਏ ਪਾਵਨ ਪਵਿੱਤਰ ਸੱਚਖੰਡ ਦੀਵਾਨਾਂ ਅੰਦਰ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਸਵਾਸ ਗੁਰੂ ਲੇਖੇ ਲਾਉਂਦਿਆਂ ਸਫਲਾ ਕਰ ਰਹੇ ਸਤਿਗੁਰਾਂ ਦੀ ਦਇਆ ਨਾਲ, ਕਿਰਪਾ ਨਾਲ ਗੁਰੂ ਚਰਨਾਂ ਵਿੱਚ ਸਾਨੂੰ ਸਾਰਿਆਂ ਨੂੰ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਇਹਦੇ ਲਈ ਸਤਿਗੁਰਾਂ ਦਾ ਰੋਮ ਰੋਮ ਕਰਕੇ ਸ਼ੁਕਰ ਹੈ। ਕੋਟਾਨ ਕੋਟ ਸ਼ੁਕਰ ਹੈ ਦਾਤਾ ਜੀ ਦਾ ਕਿ ਸਾਡੇ ਵਰਗੇ ਤੁੱਛ ਬੁੱਧੀ ਵਾਲੇ ਜੀਵਾਂ ਨੂੰ, ਮਲਨ ਜੀਵਾਂ ਨੂੰ, ਪਾਪ ਕਰਮਾਂ ਨਾਲ ਭਰੇ ਹੋਏ ਅੰਤਸ਼ਕਰਨ ਵਾਲਿਆਂ ਨੂੰ ਆਪਣੇ ਚਰਨਾਂ ਵਿੱਚ ਜੁੜ ਬੈਠਣ ਦਾ ਇਹ ਸਮਾਂ ਸਾਨੂੰ ਪ੍ਰਦਾਨ ਕੀਤਾ। ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ, ਸਤਿਕਾਰ ਅਤੇ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਦੀ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਇਹ ਸੰਸਾਰ ਦੁੱਖਾਂ ਦਾ ਘਰ ਹੈ। ਨਾਨਕ ਦੁਖੀਆ ਸਭ ਸੰਸਾਰ। ਇਹ ਸਾਰੇ ਸੰਸਾਰ ਦੇ ਵਿੱਚ ਦੁੱਖ ਨੇ, ਪਰ ਇਸੇ ਸੰਸਾਰ ਵਿੱਚ ਰਹਿੰਦਿਆਂ ਰੱਬ ਦੇ ਪਿਆਰੇ ਆਤਮਿਕ ਸੁੱਖ ਨੂੰ ਵੀ ਮਾਣਦੇ ਹਨ। ਪੁਰਾਤਨ ਸਮਿਆਂ ਵਿੱਚ ਜਾਂ ਅੱਜ ਦੇ ਵਰਤਮਾਨ ਸਮੇਂ ਵਿੱਚ ਵੀ ਬਹੁਤ ਸਾਰਿਆਂ ਪਿੰਡਾਂ ਵਿੱਚ, ਘਰਾਂ ਵਿੱਚ ਜਦੋਂ ਅੱਗ ਬਾਲੀ ਜਾਂਦੀ ਸੀ ਗੋਹੇ ਦੀ, ਪਾਥੀਆਂ ਦੀ ਜਾਂ ਲੱਕੜ ਦੀ, ਅਤੇ ਧੂੰਆਂ ਨਿਕਲਦਾ ਉਸ ਘਰ 'ਚੋਂ ਵੇਖ ਕੇ ਲਾਗਿਓਂ ਲੰਘਣ ਵਾਲੇ ਮਨੁੱਖ ਜਾਣ ਲੈਂਦੇ ਸੀ। ਧੂੰਏਂ ਤੋਂ ਅੰਦਾਜ਼ਾ ਲੱਗ ਜਾਂਦਾ ਸੀ ਵੀ ਇਸ ਘਰ 'ਚ ਅੱਗ ਬਲ ਰਹੀ। ਕੋਈ ਚੰਗਾ ਸ਼ਾਹੂਕਾਰ ਹੋਵੇ, ਉਸ ਘਰ ਦੇ ਵਿੱਚ ਕੋਲੇ ਆ ਜਾਂਦੇ। ਕੋਲਿਆਂ ਨਾਲ ਅੰਗੀਠੀਆਂ ਬਣਾ ਕੇ ਅੰਗੀਠੀਆਂ ਨੂੰ ਤਪਾ ਲੈਂਦੇ, ਪਰ ਥੋੜ੍ਹਾ ਬਹੁਤ ਧੂੰਆਂ ਉੱਥੋਂ ਵੀ ਨਿਕਲਦਾ ਹੈ। ਫਿਰ ਵੀ ਕੋਲ ਜਾਂਦਿਓ ਲੰਘਦੇ ਮਨੁੱਖ ਨੂੰ ਪਤਾ ਲੱਗ ਜਾਂਦਾ ਸੀ ਉਸ ਘਰ ਦੇ ਨੇੜਿਓਂ ਧੂੰਆਂ ਵੇਖ ਕੇ ਕਿ ਇੱਥੇ ਅੱਗ ਬਲ ਰਹੀ। ਵਿਗਿਆਨ ਨੇ ਤਰੱਕੀ ਕੀਤੀ, ਸਟੋਪ ਆ ਗਏ, ਮਿੱਟੀ ਦਾ ਤੇਲ ਬਾਲ ਕੇ ਅੱਗ ਬਾਲਣੀ ਸ਼ੁਰੂ ਕੀਤੀ। ਧੂੰਆਂ ਤਾਂ ਨਹੀਂ ਸੀ ਨਿਕਲਦਾ, ਪਰ ਉਹਦੀ ਆਵਾਜ਼ ਜ਼ਰੂਰ ਸੁਣਾਈ ਦਿੰਦੀ ਸੀ। ਆਵਾਜ਼ ਸੁਣ ਕੇ ਫਿਰ ਵੀ ਲਾਗਿਓਂ ਲੰਘਣ ਵਾਲਿਆਂ ਨੂੰ ਪਤਾ ਲੱਗ ਜਾਂਦਾ ਸੀ ਵੀ ਅੱਗ ਬਲ ਰਹੀ। ਸਮਾਂ ਫਿਰ ਬੀਤਿਆ, ਵਿਗਿਆਨ ਨੇ ਹੋਰ ਤਰੱਕੀ ਕੀਤੀ, ਗੈਸ ਚੁੱਲ੍ਹੇ ਆ ਗਏ। ਹੁਣ ਗੈਸ ਚੁੱਲ੍ਹੇ ਨਾ ਆਵਾਜ਼ ਕਰਦੇ ਨੇ, ਨਾ ਧੂੰਆਂ ਕਰਦੇ ਨੇ, ਪਰ ਅੱਗ ਤਾਂ ਫਿਰ ਵੀ ਬਲ ਰਹੀ। ਪਰ ਗਲੀ 'ਚੋਂ ਲੰਘਣ ਵਾਲੇ ਨੂੰ ਉਹਦਾ ਪਤਾ ਨਹੀਂ ਹੁੰਦਾ ਵੀ ਇਸ ਘਰ 'ਚ ਅੱਗ ਬਲ ਰਹੀ ਹੈ। ਇਨ ਬਿਨ ਇਸੇ ਤਰ੍ਹਾਂ ਕੁਝ ਦੁੱਖ ਐਸੇ ਹੁੰਦੇ ਨੇ ਜਿਹੜੇ ਘਰ ਤੋਂ ਬਾਹਰ ਜਾ ਕੇ ਸੰਸਾਰ ਵਿੱਚ ਜ਼ਾਹਰ ਹੋ ਜਾਂਦੇ ਨੇ, ਪ੍ਰਗਟ ਹੋ ਜਾਂਦੇ ਨੇ, ਪਤਾ ਲੱਗ ਜਾਂਦਾ ਵੀ ਇਸ ਘਰ 'ਚ ਦੁੱਖ ਹੈ।
ਪਰ ਕੁਝ ਲੋਕ ਆਪਣੇ ਉਸ ਘਰ ਦੇ ਦੁੱਖ ਦੀ ਅੱਗ ਨੂੰ ਗੈਸ ਦੀ ਅੱਗ ਵਾਂਗੂ ਘਰ 'ਚ ਹੀ ਸਮੇਟ ਕੇ ਰੱਖਦੇ ਨੇ। ਬਾਹਰੋਂ ਲੋਕ ਵੇਖ ਕੇ ਅੰਦਾਜ਼ਾ ਲਾਉਂਦੇ ਆ ਵੀ ਬੜਾ ਵੱਡਾ ਮਹਿਲ ਹੈ, ਬੜੇ ਸੁਖੀ ਲੋਕ ਹੋਣਗੇ ਇੱਥੇ, ਇੱਥੇ ਤਾਂ ਕੋਈ ਦੁੱਖ ਦਾ ਲੇਸ਼ ਵੀ ਨਜ਼ਰ ਨਹੀਂ ਆਉਂਦਾ। ਪਰ ਕਿਸੇ ਨਾ ਕਿਸੇ ਦੁੱਖ ਕਰਕੇ ਉਹ ਵੀ ਅੰਦਰੋਂ ਪੀੜਤ ਹਨ। ਯਾਨੀ ਕਿ ਅੱਗ ਤਾਂ ਘਰ ਘਰ ਵਿੱਚ ਹੀ ਬਲ ਰਹੀ ਹੈ। ਤਦੇ ਭਗਤ ਜੀ ਨੇ ਇਹ ਕਹਿ ਦਿੱਤਾ ਹੈ, ਮੈਂ ਜਾਣਿਆ ਦੁੱਖ ਮੁਝ ਕੂ ਦੁੱਖ ਸਬਾਇਆ ਜਗ, ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਇਸ ਦੁੱਖ ਦੀ ਦਰਵਿਰਤੀ ਹਰ ਇੱਕ ਮਨੁੱਖ ਚਾਹੁੰਦਾ। ਹਰ ਇੱਕ ਪ੍ਰਾਣੀ ਮਾਤਰ ਦੇ ਅੰਦਰ ਸਵਾਸਾਂ ਤੋਂ ਇਹ ਤੜਫ ਪੈਦਾ ਹੁੰਦੀ ਹੈ, ਵਾਹਿਗੁਰੂ ਸਾਡੇ ਦੁੱਖ ਦੂਰ ਕਰ, ਸਾਡੇ ਦੁੱਖਾਂ ਦੀ ਬੰਦ, ਸਾਨੂੰ ਉਹਦੇ ਤੋਂ ਦੁੱਖਾਂ ਤੋਂ ਬੰਦ ਖਲਾਸੀ ਕਰ। ਤੋ ਅਕਾਲ ਪੁਰਖ ਪਰਮੇਸ਼ਰ ਦੇ ਜਿਹੜੇ ਪਿਆਰੇ ਨੇ ਹੁਣ ਦੁੱਖਾਂ ਭਰੇ ਸੰਸਾਰ ਵਿੱਚ ਹੀ ਰਹਿੰਦੇ ਨੇ, ਪਰ ਦੁੱਖਾਂ ਦੇ ਭਰੇ ਸੰਸਾਰ ਦੇ ਵਿੱਚ ਵਰਤਦਿਆਂ ਹੋਇਆਂ, ਵਿਚਰਦਿਆਂ ਹੋਇਆਂ ਵੀ ਉਹ ਦੁੱਖ ਨੂੰ ਦੁੱਖ ਨਾ ਕਰਕੇ ਮੰਨਦਿਆਂ ਹੋਇਆਂ, ਸੁੱਖ ਨਾਲ ਸਦੇ ਨਾ ਕਰਦਿਆਂ ਹੋਇਆਂ, ਹਰਖ ਤੇ ਸੋਗ ਤੋਂ, ਉਸਤਤ ਤੇ ਨਿੰਦਾ ਤੋਂ ਰਹਿਤ ਹੋ ਕੇ ਨਿਰਵਾਣ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਹਨ। ਆਤਮਿਕ ਸੁੱਖ ਨੂੰ, ਆਤਮਿਕ ਖੇੜੇ ਨੂੰ ਪ੍ਰਾਪਤ ਕਰ ਲੈਂਦੇ ਹਨ। ਤੇ ਜਿਨ੍ਹਾਂ ਨੂੰ ਇਹ ਆਤਮਿਕ ਖੇੜਾ ਪ੍ਰਾਪਤ ਹੋਇਆ, ਅੱਜ ਦੇ ਇਸ ਪਵਿੱਤਰ ਸ਼ਬਦ ਵਿੱਚ ਪਹਿਲੀ ਪਾਵਨ ਪੰਕਤੀ ਵਿੱਚ ਮਹਾਰਾਜ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਇਕਾਗਰਤਾ ਬਣਾਓ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਧਨਾਸਰੇ ਮਹੱਲਾ ਪੰਜਵਾ। ਔਖੇ ਘੜੇ ਨ ਦੇਖਣ ਦੇ, ਆਪਣਾ ਬਿਰਦ ਸੰਭਾਲੇ। ਰਾਗ ਧਨਾਸਰੀ ਹੈ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਹਨ ਕਿ ਹੇ ਵਾਹਿਗੁਰੂ ਅਕਾਲ ਪੁਰਖ ਜੀ, ਤੁਸੀਂ ਆਪਣਾ ਬਿਰਦ ਸੰਭਾਲਦੇ। ਤੁਹਾਡਾ ਇਹ ਬਿਰਦ ਹਰ ਇੱਕ ਪ੍ਰਾਣੀ ਮਾਤਰ ਦਾ ਕੋਈ ਨਾ ਕੋਈ ਸੁਭਾਅ ਹੁੰਦਾ ਹੈ। ਉਸ ਸੁਭਾਅ ਦੇ ਮੂਜਬ ਉਹ ਸੰਸਾਰ ਵਿੱਚ ਵਿਚਰਦਾ। ਕਿਸੇ ਦਾ ਸੁਭਾਵ ਹੁੰਦਾ ਵੀ ਫਿਰਦੇ ਰਹਿਣਾ, ਘਰ ਵਿੱਚ ਉਹਨਾਂ ਦਾ ਮਨ ਨਹੀਂ ਲੱਗਦਾ। ਕਿਤੇ ਨਾ ਕਿਤੇ ਚਾਹੇ ਕੋਈ ਕੰਮ ਹੋਵੇ ਨਾ ਹੋਵੇ, ਇੱਦਾਂ ਹੀ ਫਿਰੀ ਜਾਣਾ। ਚਲੋ ਉੱਥੇ ਚਲੇ ਜਾਈਏ, ਉਹ ਵੇਖ ਲਈਏ, ਆਹ ਵੇਖ ਲਈਏ। ਕਈਆਂ ਦਾ ਸੁਭਾਅ ਹੁੰਦਾ ਕਿ ਬਾਹਰ ਜਾ ਕੇ ਫਿਰ ਫਰਾ ਕੇ ਲੈਣਾ, ਆਪਣੇ ਘਰ ਆਸਣ ਤੇ ਸੁੱਖ ਲਓ। ਕਿਸੇ ਦਾ ਸੁਭਾਅ ਹੁੰਦਾ ਵੀ ਬਹੁਤ ਬੋਲਣਾ, ਬੋਲੀ ਜਾਣਾ। ਕਈਆਂ ਦਾ ਸੁਭਾਅ ਹੁੰਦਾ ਬਿਲਕੁਲ ਚੁੱਪ ਰਹਿਣਾ, ਬਹੁਤ ਘੱਟ ਬੋਲਣਾ, ਬਹੁਤ ਜ਼ਰੂਰੀ ਬੋਲ ਹੋਵੇ ਤੇ ਬੋਲਣਾ। ਆਪਣੇ ਸੁਭਾਅ ਤੋਂ ਹਰ ਇੱਕ ਮਨੁੱਖ, ਹਰ ਇੱਕ ਪ੍ਰਾਣੀ ਮਜਬੂਰ ਹੁੰਦਾ ਔਰ ਉਹਨੂੰ ਉਹਦੇ ਮੁਤਾਬਕ ਚੱਲਣਾ ਪੈਂਦਾ। ਸੁਭਾਵ ਸੰਸਕਾਰਾਂ ਤੋਂ ਬਣਦਾ ਤੇ ਸੰਸਕਾਰ ਕਰਮਾਂ ਤੋਂ ਬਣਦੇ ਨੇ। ਕਰਮ ਕਰੋ ਤੇ ਸੰਸਕਾਰ ਬਣਦੇ ਨੇ, ਸੰਸਕਾਰਾਂ ਤੋਂ ਅੱਗੇ ਸੁਭਾਅ ਬਣਦਾ। ਜਦੋਂ ਕਰਮਾਂ ਦਾ ਸੰਸਕਾਰ ਤੇ ਸੰਸਕਾਰਾਂ ਦਾ ਸੁਭਾਅ ਬਣ ਜਾਂਦਾ, ਫਿਰ ਸੁਭਾਅ ਤਬਦੀਲ ਨਹੀਂ ਹੁੰਦਾ, ਉਹ ਬਦਲਦਾ ਨਹੀਂ।
ਕਿਸੇ ਮਰਾਸ਼ੀ ਦੀ ਭੈਣ ਕਿਸੇ ਚੰਗੇ ਖਾਨਦਾਨ ਵਿੱਚ ਚੰਗੇ ਪਰਿਵਾਰ 'ਚ ਵਿਆਹੀ ਗਈ। ਉਹਦਾ ਸੁਭਾਅ ਸੀ, ਕੰਮ ਵੀ ਇਹ ਸੀ ਨੱਚਣਾ ਟੱਪਣਾ। ਜਦੋਂ ਕਿਤੇ ਢੋਲ ਵੱਜਣਾ, ਕੋਈ ਸਾਜ਼ ਵੱਜਣਾ ਤੇ ਉਹਨੇ ਨੱਚਣ ਲੱਗ ਪੈਣਾ, ਉਹਦੇ ਪੈਰ ਬਦੋ ਬਦੀ ਥਿਰਕਣ ਲੱਗ ਪੈਣਾ। ਭੈਣ ਨੂੰ ਮਿਲਣ ਗਿਆ, ਭੈਣ ਨੇ ਆਖਿਆ, ਵੀਰਾ ਗੱਲ ਇੱਦਾਂ ਕਿ ਤੇਰਾ ਇੱਕ ਸੁਭਾਅ ਹੈ, ਉਹ ਇੱਥੇ ਥੋੜ੍ਹਾ ਜਿਹਾ ਕਾਬੂ ਰੱਖੀ। ਕਹਿਣ ਲੱਗਾ, ਭੈਣਾ ਮੈਨੂੰ ਨਹੀਂ ਪਤਾ, ਬਿਲਕੁਲ ਖਿਆਲ ਰੱਖਾਂਗਾ। ਸੁਭਾਵਕ ਗਲੀ ਦੇ ਵਿੱਚੋਂ ਕੋਈ ਢੋਲ ਵਜਾ ਕੇ ਲੰਘਣ ਲੱਗਾ ਤੇ ਨੱਚਣ ਲੱਗ ਪਿਆ। ਭੈਣ ਨੇ ਆਖਿਆ, ਵੀਰਾ ਤੂੰ ਮੇਰੇ ਨਾਲ ਗੱਲ ਕੀਤੀ ਸੀ। ਕਹਿਣ ਲੱਗਾ, ਭੈਣੇ ਮੈਂ ਗੱਲ ਕੀਤੀ ਸੀ ਵੀ ਜੇ ਢੋਲ ਨਾ ਵੱਜਾ ਤੇ ਨਹੀਂ ਨੱਚਾਂਗਾ, ਪਰ ਹੁਣ ਵੱਜ ਪਿਆ ਤੇ ਹੁਣ ਕਿਵੇਂ ਰੋਕਾਂ ਆਪਣੇ ਆਪ ਨੂੰ, ਮੇਰਾ ਸੁਭਾਅ ਹੈ। ਇਹ ਉਦਾਹਰਣ ਹੈ। ਐਸਾ ਸੱਚ ਵਰਤਿਆ ਕਿ ਨਹੀਂ ਵਰਤਿਆ, ਇਹ ਘਟਨਾ ਸੱਚੀ ਹੈ ਕਿ ਨਹੀਂ ਹੈ, ਪਰ ਉਦਾਹਰਣ। ਸੁਭਾਵ ਜਿਹੋ ਜਿਹਾ ਬਣ ਜਾਂਦਾ, ਉਸ ਸੁਭਾਵ ਦੇ ਅਨੁਸਾਰ ਮਨੁੱਖ ਪ੍ਰਵਿਰਤ ਹੋ ਜਾਂਦਾ, ਉਸ ਸੁਭਾਵ ਦੇ ਮੁਤਾਬਕ ਮਨੁੱਖ ਵਹਿਣ ਲੱਗ ਪੈਂਦਾ। ਬੜੇ ਵੱਡੇ ਆਤਮ ਗਿਆਨੀ ਗੁਰਸਿੱਖ ਨੇ ਪਟਨਾ ਸਾਹਿਬ ਦੇ ਇਲਾਕੇ 'ਚ ਗੁਰੂ ਘਰ ਦੇ ਵਿੱਚ ਕੱਪੜਿਆਂ ਦਾ ਪ੍ਰਬੰਧ ਕਰਕੇ ਉੱਥੋਂ ਭੇਜਦੇ ਨੇ, ਢਾਕੇ ਦੇ ਇਲਾਕੇ ਤੋਂ। ਢਾਕੇ ਤੋਂ ਕੱਪੜਾ ਖਰੀਦ ਕੇ ਭੇਜਣ ਵਾਲੇ ਗੁਰਸਿੱਖ ਨੇ, ਉਦਾਸੀ ਮਹਾਂਪੁਰਸ਼ ਨੇ, ਹੈ ਵੀ ਆਤਮ ਗਿਆਨੀ, ਪਰ ਸੁਭਾਅ ਸੀ ਗਾਲਾਂ ਕੱਢਣੀਆਂ, ਜ਼ੁਬਾਨ 'ਤੇ ਚੜ੍ਹੀਆਂ ਹੋਈਆਂ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਉਸ ਇਲਾਕੇ 'ਚ ਗਏ ਤੇ ਭਾਈ ਬੁਲਾਕੀ ਦਾਸ ਵਰਗੇ ਕੁਝ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹਦਾ ਸੁਭਾਅ ਬੜਾ ਕੱਬਾ ਹੈ, ਵੀ ਅਸੀਂ ਇਹਦਾ ਸਤਿਕਾਰ ਕਰਦੇ ਹਾਂ, ਵੀ ਗੁਰੂ ਘਰ ਦਾ ਸੇਵਾਦਾਰ ਹੈ, ਵੀ ਇਹ ਕਬੋਲ ਬੋਲਦਾ, ਜ਼ੁਬਾਨ ਤੋਂ ਗਾਲਾਂ ਕੱਢਦਾ। ਮਹਾਰਾਜ ਜੀ ਨੇ ਸੱਦਿਆ ਤੇ ਪੁੱਛਿਆ, ਹਾਂ ਬਈ ਸੰਤ ਜੀ ਇਹ ਸ਼ਿਕਾਇਤ ਕਰਦੇ ਨੇ। ਉੱਥੇ ਹੀ ਕੋਲ ਕਹਿਣ ਲੱਗਾ, ਇਹ ਮੱਤ ਦੇ ਹੌਲੇ ਲੋਕਾਂ ਨੂੰ ਕੀ ਪਤਾ ਮਹਾਰਾਜ। ਨਾਲ ਮੂੰਹ ਤੋਂ ਕਹਿ ਵੀ ਦਿੱਤਾ ਵੀ ਮਹਾਰਾਜ ਮੈਂ ਤਾਂ ਨਹੀਂ ਕਦੇ ਇਹਨਾਂ ਨੂੰ ਕੋਈ ਮਾੜਾ ਸ਼ਬਦ ਕਿਹਾ। ਮਹਾਰਾਜ ਜੀ ਕਹਿੰਦੇ ਇਹਦਾ ਸੁਭਾਅ ਬਣ ਗਿਆ, ਜ਼ੁਬਾਨ 'ਤੇ ਬੋਲ ਸੁਭਾਵਕ ਇਹਦੇ ਬਣ ਗਏ ਨੇ, ਪਰ ਅੰਦਰੋਂ ਇਹਦੀ ਇਹੋ ਜਿਹੀ ਪ੍ਰਵਿਰਤੀ ਨਹੀਂ ਹੈ। ਯਾਨੀ ਕਿ ਸੁਭਾਵ ਤਬਦੀਲ ਨਹੀਂ ਹੁੰਦਾ। ਫਿਰ ਸਭ ਦਾ ਸੁਭਾਵ ਹੈ, ਸਭ ਦਾ ਕੋਈ ਨਾ ਕੋਈ ਆਪਣੀ ਬਾਣ ਹੈ, ਆਦਤ ਹੈ। ਉਸ ਆਦਤ ਤੋਂ ਮਨੁੱਖ ਮਜਬੂਰ ਹੁੰਦਾ। ਕੁਝ ਆਦਤਾਂ ਹੱਠ ਕਰਕੇ ਮਨੁੱਖ ਕੋਲੋਂ ਛੁੱਟ ਵੀ ਜਾਂਦੀਆਂ ਨੇ ਜੇ ਯਤਨ ਕਰੇ। ਐਸਾ ਨਹੀਂ ਕਿ ਕੋਈ ਆਦਤ ਛੁੱਟ ਨਹੀਂ ਸਕਦੀ, ਯਤਨ ਕਰੇ, ਅਭਿਆਸ ਕਰੇ ਤਾਂ ਉਹ ਆਦਤਾਂ ਛੁੱਟ ਵੀ ਜਾਂਦੀਆਂ ਨੇ। ਬੜੀਆਂ ਬੜੀਆਂ ਭੈੜੀਆਂ ਆਦਤਾਂ ਬਹੁਤ ਲੋਕਾਂ ਨੂੰ ਛੁੱਟੀਆਂ ਨੇ ਜਿਨ੍ਹਾਂ ਨੇ ਯਤਨ ਕੀਤਾ, ਜਿਨ੍ਹਾਂ ਨੇ ਆਪਣਾ ਮਨੋਬਲ ਗੁਰਬਾਣੀ ਦੇ ਆਸਰੇ ਨਾਲ ਪੱਕਾ ਕਰ ਲਿਆ। ਉਹਨਾਂ ਨੇ ਬੜੇ ਬੜੇ ਵੱਡੇ ਨਸ਼ਿਆਂ ਦੀ ਆਦਤ ਵੀ ਛੱਡ ਦਿੱਤੀ, ਤਿਆਗ ਦਿੱਤੀ। ਬੜੀਆਂ ਬੜੀਆਂ ਭੈੜੀਆਂ ਵਾਦੀਆਂ ਵੀ ਉਹਨਾਂ ਨੇ ਤਿਆਗ ਦਿੱਤੀਆਂ। ਜੇ ਸੁਭਾਵ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਕਹਿ ਸਕਦੇ, ਵੈਸੇ ਤਾਂ ਪਰਮਾਤਮਾ ਨਿਰਵਾਣ ਹੈ, ਉਹਦੀ ਕੋਈ ਬਾਣ ਨਹੀਂ, ਉਹਦੀ ਕੋਈ ਆਦਤ ਨਹੀਂ, ਪਰ ਉਹਦਾ ਇੱਕ ਸੁਭਾਵ ਹੈ, ਉਹਦਾ ਇੱਕ ਬਿਰਧ ਹੈ ਕਿ ਉਹ ਆਪਣਿਆਂ ਪਿਆਰਿਆਂ ਨੂੰ, ਆਪਣਿਆਂ ਸੇਵਕਾਂ ਨੂੰ ਔਖੀ ਘੜੀ ਨਹੀਂ ਦੇਖਣ ਦਿੰਦਾ। ਇਹ ਉਹਦਾ ਸੁਭਾਵ ਹੈ, ਇਹ ਉਹਦਾ ਬਿਰਧ ਹੈ। ਉਹ ਆਪਣੇ ਬਿਰਧ ਨੂੰ ਸੰਭਾਲਦਾ ਹੈ, ਆਪਣਿਆਂ ਪਿਆਰਿਆਂ ਨੂੰ, ਆਪਣਿਆਂ ਸੇਵਕਾਂ ਨੂੰ ਔਖੀ ਘੜੀ ਨਹੀਂ ਵੇਖਣ ਦਿੰਦਾ। ਔਖੀ ਘੜੀ ਦਾ ਮਤਲਬ ਕਿ ਉਹਨਾਂ ਨੂੰ ਆਪਣੇ ਕਰੈਕਟਰ ਤੋਂ, ਆਪਣੇ ਕਿਰਦਾਰ ਤੋਂ, ਆਪਣੇ ਆਚਰਣ ਤੋਂ ਨਹੀਂ ਡਿੱਗਣ ਦਿੰਦਾ। ਹਾਂਜੀ। ਹਾਥ ਦੇ ਰੱਖੈ ਆਪਣੇ ਕੋ, ਸਾਸ ਸਾਸ ਪ੍ਰਤਪਾਲੇ। ਮਹਾਰਾਜ ਜੀ ਜਿਨ੍ਹਾਂ ਨੂੰ ਤੁਸੀਂ ਆਪਣਾ ਕਰਕੇ ਆਪਣਾ ਹੱਥ ਦੇ ਕੇ ਰੱਖ ਲੈਂਦੇ ਤੇ ਉਹਨਾਂ ਨੂੰ ਸਵਾਸ ਸਵਾਸ ਪਾਲਦੇ।
ਜਿਨ੍ਹਾਂ ਨੂੰ ਆਪਣਾ ਕਰਕੇ ਤੁਸੀਂ ਰੱਖਿਆ ਹੋਇਆ, ਆਪਣੇ ਪਿਆਰਿਆਂ ਨੂੰ, ਆਪਣੇ ਭਗਤਾਂ ਨੂੰ, ਆਪਣੇ ਸੇਵਕਾਂ ਨੂੰ, ਮਹਾਰਾਜ ਉਹਨਾਂ ਨੂੰ ਤੁਸੀਂ ਸਵਾਸ ਸਵਾਸ ਪਾਲਦੇ ਹੋ। ਪ੍ਰਭ ਸਿਉ ਲਾਗ ਰਹਿਓ ਮੇਰਾ ਚੇਤ, ਮੇਰੇ ਪ੍ਰਭੂ ਨਾਲ ਮੇਰਾ ਚਿੱਤ ਲੱਗਾ ਹੋਇਆ, ਮੇਰੇ ਪ੍ਰਭੂ ਨਾਲ ਮੇਰਾ ਚਿੱਤ ਲੱਗਾ ਹੋਇਆ। ਜੋ ਸਾਰੇ ਜਗਤ ਦਾ ਮਾਲਕ ਹੈ, ਸਾਰੇ ਜਗਤ ਦਾ ਸੁਆਮੀ ਹੈ, ਉਸ ਨਾਲ ਮੇਰਾ ਮਨ, ਮੇਰਾ ਚਿੱਤ ਜੁੜਿਆ ਹੋਇਆ। ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਮੁੱਢ ਤੋਂ ਲੈ ਕੇ ਅੰਤ ਤਾਈਂ ਉਹ ਸਾਡੀ ਸਦਾ ਹੀ ਸਹਾਇਤਾ ਕਰਨ ਵਾਲਾ, ਮੁੱਢ ਤੋਂ ਲੈ ਕੇ ਅੰਤ ਤਾਈਂ ਉਹ ਸਾਡੀ ਸਹਾਇਤਾ ਕਰਨ ਵਾਲਾ ਹੈ। ਐਸਾ ਮਿੱਤਰ ਸਾਡਾ ਧਨ ਹੈ, ਧਨ ਹੈ ਐਸਾ ਮਿੱਤਰ, ਧਨ ਹੈ। ਰਹਾਉ ਮਨ ਬਿਲਾਸ ਭੈ ਸਾਹਿਬ ਕੇ, ਅਚਰਜ ਦੇਖ ਬੜਾਏ। ਮੇਰੇ ਸਾਹਿਬ ਦੀ ਵਡਿਆਈ ਬੜੀ ਅਸਚਰਜ, ਅਸਚਰਜ। ਜਦੋਂ ਅਸਚਰਜ ਸ਼ਬਦ ਵਰਤਿਆ ਜਾਂਦਾ ਉਹਦਾ ਮਤਲਬ ਹੈ ਵਿਸਮਾਦ। ਜਿੱਥੇ ਜਾ ਕੇ ਸੁਰਤ ਬਿਸਮ ਵਿੱਚ, ਵਿਸਮਾਦ ਵਿੱਚ ਚਲੀ ਜਾਂਦੀ। ਬਿਸਮ ਪੇਖੈ ਬਿਸਮ ਸੁਣੀਐ, ਵਿਸਮਾਦ ਨਦਰੀ ਆਇਆ। ਇਹੋ ਜਿਹੀ ਅਵਸਥਾ ਅਸਚਰਜ। ਸਾਡੀਆਂ ਅੱਖਾਂ ਦੇ ਸਾਹਮਣੇ ਬਹੁਤ ਕੁਝ ਐਸਾ ਜੋ ਅਸਚਰਜ ਘਟਦਾ, ਪਰ ਉਸ ਅਸਚਰਜ ਨੂੰ ਜਦੋਂ ਅਸੀਂ ਵੇਖਦੇ ਹਾਂ ਤੇ ਜਦੋਂ ਅਸਚਰਜ ਭਰੀ ਦ੍ਰਿਸ਼ਟੀ ਨਾਲ ਨਾ ਵੇਖੀਏ ਤਾਂ ਉਹਦੀ ਖੇਡ ਸਮਝ ਨਹੀਂ ਆਉਂਦੀ। ਮਹਾਤਮਾ ਬੁੱਧ ਇੱਕ ਬਿਮਾਰ ਨੂੰ ਵੇਖਦੇ ਨੇ ਤੇ ਹੈਰਾਨ ਹੋ ਜਾਂਦੇ ਆ। ਉਹ ਇੱਕ ਮੁਰਦਾ ਵੇਖਦੇ ਨੇ, ਇੱਕ ਬੁੱਢੇ ਨੂੰ ਵੇਖਦੇ ਆ ਤੇ ਅਸਚਰਜ ਹੋ ਜਾਂਦੇ ਆ। ਐਸਾ ਵੀ ਹੁੰਦਾ। ਅਸੀਂ ਆਪਣੀਆਂ ਅੱਖਾਂ ਨਾਲ ਅਨੇਕਾਂ ਬਿਮਾਰ ਵੀ ਵੇਖੇ ਹੋਣਗੇ, ਅਨੇਕਾਂ ਬਜ਼ੁਰਗ ਵੀ ਵੇਖੇ ਨੇ ਤੇ ਅਨੇਕਾਂ ਨੂੰ ਮਰਿਆ ਹੋਇਆ ਵੀ ਵੇਖਿਆ, ਪਰ ਕਦੇ ਅਸਚਰਜ ਨਹੀਂ ਹੋਏ, ਕਦੇ ਵਿਸਮਾਦ ਵਿੱਚ ਵੀ। ਐਸਾ ਵੀ ਹੋ ਸਕਦਾ। ਬੁੱਧ ਅਸਚਰਜ ਹੋ ਗਏ, ਉਹ ਵਿਸਮਾਦ 'ਚ ਚਲੇ ਗਏ, ਮਨ ਵੈਰਾਗੀ ਹੋ ਗਿਆ। ਜਗਤ ਗੁਰੂ ਬਾਬਾ ਜੀ ਜਦੋਂ ਇਸ ਸੰਸਾਰ ਨੂੰ ਵੇਖਦੇ ਆ ਤੇ ਕਹਿੰਦੇ ਸਭ ਵਿਸਮਾਦ ਹੈ। ਆਸਾ ਜੀ ਦੀ ਵਾਰ ਦਾ ਪਵਿੱਤਰ ਸ਼ਲੋਕ ਗੁਰੂ ਘਰਾਂ ਵਿੱਚ ਨਿਤ ਗੂੰਜਦਾ, ਵਿਸਮਾਦ ਨਾਦ ਵਿਸਮਾਦ ਵੇ। ਸਭ ਕੁਝ ਵਿਸਮਾਦ ਹੈ, ਅਸਚਰਜ। ਕਦੇ ਸੋਚੋ ਕਿ ਜਿਸ ਧਰਤੀ ਦੇ ਵਿੱਚੋਂ ਫੁੱਲ ਪੈਦਾ ਹੋਇਆ ਹੈ, ਉਸ ਫੁੱਲ ਦੇ ਵਿੱਚ ਉਹ ਸੁਗੰਧੀ ਕਿੱਥੋਂ ਆ ਗਈ? ਹਾਲਾਂਕਿ ਧਰਤੀ ਵਿੱਚ ਤਾਂ ਕੋਈ ਸੁਗੰਧੀ ਨਹੀਂ। ਉਸੇ ਧਰਤੀ ਤੇ ਇੱਕ ਬੀਜ ਬੀਜਿਆ ਗਿਆ ਗੰਨੇ ਦਾ, ਉਹ ਮਿੱਠਾ ਹੈ, ਨਾਲ ਹੀ ਨਿੰਮ ਬੀਜੀ ਗਈ ਆ, ਕੁੜੱਤਣ ਭਰੀ। ਖੁਰਾਕ ਧਰਤੀ 'ਚੋਂ ਦੋਨਾਂ ਨੂੰ ਇੱਕੋ ਜਿਹੀ ਮਿਲ ਰਹੀ ਹੈ। ਧਰਤੀ ਵੀ ਇੱਕੋ ਹੈ, ਜੋ ਵਾਤਾਵਰਣ ਹੈ ਆਲੇ ਦੁਆਲੇ ਦਾ, ਦੋਨਾਂ ਨੂੰ ਇੱਕੋ ਜਿਹਾ ਪ੍ਰਾਪਤ ਹੋ ਰਿਹਾ। ਅਸਚਰਜ, ਹੈਰਾਨ ਕਿ ਕਿਵੇਂ ਵਿਧਾਤਾ ਜਿਹੜੇ ਜੀਵ, ਇਹ ਦਰਖਤ ਤੇ ਪੌਦੇ ਜੋ ਚੱਲ ਫੇਰ ਹੀ ਨਹੀਂ ਸਕਦੇ, ਇੱਕ ਜਗ੍ਹਾ ਤੇ ਖੜੇ ਨੇ, ਰੱਬ ਉਹਨਾਂ ਨੂੰ ਉੱਥੇ ਖਲੋਤਿਆਂ ਨੂੰ ਪਾਲ ਰਿਹਾ। ਅਸਚਰਜ, ਵਿਸਮਾਦ। ਖੜਿਆਂ ਨੂੰ ਪਾਲ ਰਿਹਾ, ਖਲੋਤਿਆਂ ਨੂੰ ਪਾਲ ਰਿਹਾ। ਪੱਥਰ ਜਿਸ ਵਿੱਚ ਕਿਤੇ ਬਾਹਰ ਆਉਣ ਜਾਣ ਦਾ ਕੋਈ ਰਾਹ ਨਹੀਂ ਹੈ, ਉਹਨਾਂ ਪੱਥਰਾਂ ਵਿੱਚ ਪੈਦਾ ਕੀਤੇ ਹੋਏ ਕੀੜਿਆਂ ਨੂੰ ਉੱਥੇ ਬੈਠਿਆਂ ਨੂੰ ਪਾਲ ਰਿਹਾ। ਹੈਰਾਨੀ ਹੈ, ਵਿਸਮਾਦ ਹੈ, ਅਸਚਰਜ ਹੈ।
ਵਿਸਮਾਦ। ਮੇਰਾ ਸੁਆਮੀ ਅਸਚਰਜ ਹੈ, ਉਸ ਦੀ ਵਡਿਆਈ ਅਸਚਰਜ ਹੈ, ਉਸ ਦੀ ਸੋਭਾ ਅਸਚਰਜ ਤੇ ਵਿਸਮਾਦ। ਕੋਈ 42 ਸਾਲ ਦੀ ਉਮਰ ਤੱਕ ਇੰਨਾ ਕੁਝ ਕਰ ਸਕਦਾ? 14 ਜੰਗਾਂ ਵੀ ਲੜ ਜਾਏ, ਮਹਾਨ ਗ੍ਰੰਥਾਂ ਦੀ ਸਿਰਜਣਾ ਕਰ ਜਾਣ, ਮਹਾਨ ਖਾਲਸੇ ਪੰਥ ਦੀ ਇੱਕ ਸੰਪੂਰਨ ਮਨੁੱਖ ਦੀ ਰਚਨਾ ਕਰ ਜਾਣ, ਕੈਸਾ ਵਿਸਮਾਦ ਹੈ। ਗੁਰੂ ਕਲਗੀਧਰ ਜੀ ਦੀ ਵਡਿਆਈ ਨੂੰ ਵੇਖ ਕੇ ਅਸਚਰਜ ਹੈ, ਵਿਸਮਾਦ ਹੈ। ਫਿਰ ਅਸੀਂ ਕਿਵੇਂ ਕਹੀਏ ਕੋਈ ਉਹ ਸਧਾਰਨ ਮਨੁੱਖ ਸੀ, ਆਮ ਇਨਸਾਨ ਸਨ? ਆਪਣੇ ਸਾਹਿਬ ਦੀ ਅਸਚਰਜ ਵਡਿਆਈ ਨੂੰ ਵੇਖ ਕੇ ਮੇਰਾ ਮਨ ਬਿਲਾਸ ਆਨੰਦ ਵਿੱਚ ਚਲਾ ਗਿਆ। ਬਿਲਾਸ ਦਾ ਇੱਥੇ ਅਰਥ ਹੈ ਆਨੰਦ। ਕਈ ਜਗ੍ਹਾਵਾਂ ਤੇ ਗੁਰਬਾਣੀ ਵਿੱਚ ਬਿਲਾਸ ਦੇ ਸੱਸੇ ਨੂੰ ਔਂਕੜ ਲੱਗੀ ਹੋਈ ਹੈ। ਉੱਥੇ ਬਿਲਾਸ ਦਾ ਅਰਥ ਹੈ ਬਿੱਲਾ, ਨਰ ਬਿੱਲਾ। ਚੂਹਾ ਖਾਣ ਦੀ ਪ੍ਰਵਿਰਤੀ ਰੱਖ ਕੇ ਜਿਵੇਂ ਖੁੱਡ ਤੇ ਬੈਠਾ ਰਹਿੰਦਾ ਹੈ, ਉਹਨੂੰ ਵੀ ਗੁਰਬਾਣੀ 'ਚ ਬਿਲਾਸ ਲਿਖਿਆ। ਇੱਥੇ ਜੋ ਬਿਲਾਸ ਦਾ ਸੱਸਾ ਮੁਕਤਾ ਹੈ, ਸੰਕੇਤ ਹੈ। ਬਿਲਾਸ ਦਾ ਮਤਲਬ ਹੈ ਖੇੜਾ, ਆਨੰਦ। ਮੇਰੇ ਸਾਹਿਬ ਦੀ ਅਸਚਰਜ ਵਡਿਆਈ ਨੂੰ ਵੇਖ ਕੇ ਮੇਰਾ ਮਨ ਆਨੰਦ 'ਚ ਚਲਾ ਗਿਆ। ਜਦੋਂ ਸਿੱਖ ਆਪਣੇ ਮਾਲਕ ਦੇ ਦਰਬਾਰ ਵਿੱਚ ਆਉਂਦਾ ਨਾ, ਜਦੋਂ ਸਤਿਗੁਰਾਂ ਦੀ ਸੋਭਾ ਵੇਖਦਾ, ਮਹਾਰਾਜ ਜੀ ਦੀ ਵਡਿਆਈ ਵੇਖਦਾ, ਤੇ ਸਿੱਖ ਦਾ ਹਿਰਦਾ ਆਨੰਦ ਨਾਲ ਗਦਗਦ ਹੋ ਜਾਂਦਾ। ਸਿੱਖ ਜਦੋਂ ਆਪਣੇ ਗੁਰੂ ਦੇ ਅਤ ਉੱਚੇ ਦਰਬਾਰ ਨੂੰ ਵੇਖਦਾ, ਦਰਬਾਰ ਦੀ ਸੋਭਾ ਵੇਖਦਾ, ਤਾਂ ਸਿੱਖ ਦਾ ਹਿਰਦਾ ਆਨੰਦ ਨਾਲ ਭਰ ਜਾਂਦਾ। ਮੇਰੇ ਸਿਰ ਤੇ ਚਾਨਣੀ ਲੱਗੇ ਭਾਵੇਂ 80 ਲੱਖ ਰੁਪਈਏ ਦੀ ਲਾਗਤ ਦੀ ਹੈ, ਮੇਰੇ ਮਨ 'ਚ ਖੁਸ਼ੀ ਨਹੀਂ। ਪਰ ਇਹੀ ਚਾਨਣੀ ਜੇ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਲੱਗੇ ਤਾਂ ਮੇਰੇ ਮਨ 'ਚ ਬਿਲਾਸ ਹੋਵੇਗਾ, ਆਨੰਦ ਹੋਵੇਗਾ, ਖੇੜਾ ਹੋਵੇਗਾ। ਇਹ ਸਿੱਖ ਦੀ ਬਿਰਤੀ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਹੈਦਰਾਬਾਦ ਦੇ ਨਿਜ਼ਾਮ ਨੇ ਕਿਹੋ ਜਿਹੀ ਕੀਮਤੀ ਚਾਨਣੀ ਭੇਜੀ, 84 ਦੇ ਸਮੇਂ ਸੜ ਗਈ। ਸਮੇਂ ਦੀ ਸਰਕਾਰ ਵੱਲੋਂ ਕੀਤੇ ਹੋਏ ਹਮਲੇ ਦੌਰਾਨ, ਜੋ ਸਿੱਖ ਕਦੇ ਨਹੀਂ ਭੁਲਾ ਸਕਦੇ। ਉਹਦੀ ਲਾਗਤ ਸੀ ਉਸ ਵੇਲੇ 80 ਲੱਖ ਰੁਪਈਆ। ਬੜੇ ਬੜੇ ਕੀਮਤੀ ਹੀਰੇ, ਸ਼ਬਦ ਪੰਨੇ ਉਹਦੇ 'ਚ ਜੜੇ ਹੋਏ। ਆਖਿਆ ਤਾਂ ਗੁਰੂ ਰਾਮਦਾਸ ਦੇ ਦਰਬਾਰ 'ਚ ਲੱਗੇ ਤਾਂ ਮਨ 'ਚ ਖੁਸ਼ੀ, ਮਨ 'ਚ ਖੇੜਾ। ਸਿੱਖ ਦਾ ਹਿਰਦਾ ਬਿਲਾਸ ਵਿੱਚ, ਆਨੰਦ ਵਿੱਚ ਚਲਿਆ ਜਾਂਦਾ ਹੈ। ਆਨੰਦ ਨਾਲ ਗਦਗਦ ਹੋ ਉੱਠਦਾ ਜਦੋਂ ਆਪਣੇ ਸਾਹਿਬ ਦੀ ਵਡਿਆਈ ਵੇਖਦਾ, ਤੇ ਉਹ ਵੀ ਅਸਚਰਜ। ਹਾਂਜੀ। ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਏ। ਪਾਤਸ਼ਾਹ ਕਹਿੰਦੇ ਸਿਮਰੋ, ਉਸ ਹਰੀ ਨੂੰ ਸਿਮਰੋ। ਸਿਮਰ ਸਿਮਰ ਕੇ ਆਨੰਦਿਤ ਹੋਵੋ, ਆਨੰਦ ਵਿੱਚ ਜਾਓ। ਉਸ ਸੁਆਮੀ ਨੂੰ ਸਿਮਰੋ ਜਿਸ ਨੇ ਸਾਡੀ ਪੂਰਨ ਪੈਜ ਰੱਖੀ ਹੈ, ਪੂਰਨ, ਅੱਧ ਅਧੂਰੀ ਨਹੀਂ। ਜਿਸ ਨੇ ਸਾਡੀ ਪੂਰਨ ਪੈਜ ਰਖਾਈ ਹੈ, ਉਸ ਸੁਆਮੀ ਨੂੰ ਬਾਰੰਬਾਰ ਸਿਮਰੋ। ਲੜੀਵਾਰ ਕਥਾ ਰਾਗ ਧਨਾਸਰੀ ਵਿੱਚ 682 ਅੰਗ ਤੇ ਇਸੇ ਅੰਗ ਤੇ ਚੱਲ ਰਹੀ, ਜਿੱਥੇ ਅੱਜ ਦਾ ਹੁਕਮਨਾਮਾ ਆਇਆ ਹੈ। ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ।
ਮੰਗੋ RAM ਤੇ ਸਭ ਥੋਕ। ਰਾਗ ਧਨਾਸਰੀ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਇਹ ਪਵਿੱਤਰ ਸ਼ਬਦ ਉਚਾਰਨ ਕਰਦੇ ਨੇ, ਮੈਂ ਆਪਣੇ RAM ਤੋਂ ਸਾਰੇ ਥੋਕ। ਥੋਕ ਦਾ ਮਤਲਬ ਹੈ ਜੋ ਮੇਰੀਆਂ ਜ਼ਰੂਰਤਾਂ ਨੇ, ਜੋ ਮੇਰੀਆਂ ਲੋੜਾਂ ਨੇ, ਜੋ ਮੈਨੂੰ ਚਾਹੀਦਾ ਹੈ, ਉਹ ਮੈਂ ਆਪਣੇ RAM ਤੋਂ ਮੰਗਦਾ। ਬੰਦਿਆਂ ਕੋਲੋਂ ਕਿਉਂ ਮੰਗਾਂ? ਮੜੀਆਂ ਕਬਰਾਂ ਕੋਲੋਂ ਕਿਉਂ ਜਾ ਕੇ ਮੰਗਾਂ? ਮੈਂ ਤਾਂ ਆਪਣੇ ਸੁਆਮੀ ਕੋਲੋਂ ਮੰਗਾਂ, ਆਪਣੇ ਮਾਲਕ ਕੋਲੋਂ ਮੰਗਾਂ। ਮਹਾਰਾਜਾ ਰਣਜੀਤ ਸਿੰਘ ਜੀ ਆਏ ਦਰਬਾਰ ਸਾਹਿਬ, ਉੱਥੋਂ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਕਹਿੰਦੇ ਮਿਲਣ ਜਾਣਾ ਹੈ ਉਹਨਾਂ ਨੂੰ। ਘਰ ਗਏ ਤੇ ਮਿੱਟੀ ਦੇ ਤਵੇ ਤੇ ਰੋਟੀਆਂ ਪਕਾਉਂਦੇ, ਘਰ 'ਚ ਗਰੀਬੀ ਵੇਖ ਕੇ ਰਣਜੀਤ ਸਿੰਘ ਜੀ ਕਹਿੰਦੇ, ਸਿੰਘ ਸਾਹਿਬ ਕੁਝ ਮੰਗੋ, ਕੀ ਚਾਹੀਦਾ? ਕੋਈ ਰਾਜ ਭਾਗ ਦੇ ਦਿਆਂ, ਕੋਈ ਰਿਆਸਤ ਦੇ ਦਿਆਂ, ਕੋਈ ਜਗੀਰ ਦੇ ਦਿਆਂ। ਆਖਿਆ ਰਣਜੀਤ ਸਿੰਘ ਚਲਾ ਜਾ, ਤੇਰੇ ਕੋਲੋਂ ਕਿਉਂ ਮੰਗਾਂ? ਜਿਹਨੇ ਤੈਨੂੰ ਪਾਤਸ਼ਾਹੀ ਦਿੱਤੀ ਹੈ ਮੈਂ ਉਹਦੇ ਕੋਲੋਂ ਨਹੀਂ ਮੰਗ ਸਕਦਾ। ਜਿਹਨੇ ਤੈਨੂੰ ਰਾਜਾ ਬਣਾਇਆ ਮੈਂ ਗੁਰੂ ਰਾਮਦਾਸ ਕੋਲੋਂ ਮੰਗਾਂਗਾ, ਤੇਰੇ ਕੋਲੋਂ ਕਿਉਂ ਮੰਗਾਂ? ਇਹ ਸਿੱਖ ਦੀ ਬਿਰਤੀ। ਮੈਂ ਆਪਣੇ RAM ਤੋਂ ਦਾਨ ਮੰਗਦਾ, ਜੋ ਮੈਨੂੰ ਚਾਹੀਦਾ ਮੈਂ ਆਪਣੇ ਮਾਲਕ ਕੋਲੋਂ ਮੰਗਦਾ। ਕਿੱਥੇ ਜਾਵਾਂ? ਮੇਰੇ ਮਾਲਕ ਬਿਨਾਂ, ਮੇਰੇ ਸੁਆਮੀ ਬਿਨਾਂ ਮੇਰਾ ਕੌਣ ਹੈ? ਮੈਨੂੰ ਨਿਕੰਮੇ ਨੂੰ ਤਾਂ ਕੋਈ ਵੀ ਕਿਸੇ ਵੀ ਕੰਮ ਨਾ ਲਾਵੇ, ਕਿਸੇ ਵੀ ਕਾਰ ਨਾ ਲਾਵੇ। ਇਹ ਤਾਂ ਮੇਰੇ ਸੁਆਮੀ ਨੇ, ਮੇਰੇ ਮਾਲਕ ਨੇ ਮੇਰੇ ਤੇ ਤਰਸ ਕੀਤਾ, ਮੈਨੂੰ ਮੂਰਖ ਨੂੰ ਆਪਣੀ ਕਾਰੇ ਲਾਇਆ ਹੋਇਆ, ਤੇ ਮੈਂ ਜੋ ਮੰਗਾਂਗਾ ਆਪਣੇ ਸੁਆਮੀ ਕੋਲੋਂ ਮੰਗਾਂਗਾ। ਮੈਨੂੰ ਜੋ ਚਾਹੀਦਾ ਉਹ ਮੈਂ ਆਪਣੇ ਮਾਲਕ ਕੋਲੋਂ ਮੰਗਾ, RAM ਤੋਂ ਮੰਗਾਂਗਾ। ਮਾਨੁਖ ਕੋ ਜਾਤ ਚਿਤ ਸ਼ਰਮ ਪਾਈਐ, ਪ੍ਰਭ ਕੈ ਸਿਮਰਨ ਮੋਖ। ਮਾਨੁਖ ਕੋ ਜਾਚਤ, ਕਿਸੇ ਬੰਦੇ ਕੋਲੋਂ ਮੰਗਾਂਗੇ, ਬੰਦਿਆਂ ਕੋਲੋਂ ਮੰਗਾਂਗੇ ਤਾਂ ਬੰਦਿਆਂ ਕੋਲੋਂ ਮੰਗ ਕੇ ਸ਼ਰਮ ਪਾਈ ਹੈ, ਕੇਵਲ ਥਕੇਵਾਂ ਹੀ ਪ੍ਰਾਪਤ ਹੋਣਾ ਹੈ, ਖੇਚੜਾ ਹੀ ਹੋਣੀ ਹੈ, ਮਿਲਣਾ ਕੱਖ ਨਹੀਂ ਜੇ, ਪ੍ਰਾਪਤ ਕੁਝ ਨਹੀਂ ਜੇ ਹੋਣਾ। ਉਹ ਬੰਦੇ ਕੀ ਕਿਸੇ ਨੂੰ ਦੇ ਸਕਣਗੇ ਜਿਹੜੇ ਆਪ ਉਸ ਦਾਤੇ ਦੇ ਦਰ ਦੇ ਭਿਖਾਰੀ ਹੋਣ। ਉਹ ਜਿਵੇਂ ਕਹਾਵਤ ਹੈ ਨਾ ਵੀ ਆਪ ਨਾ ਜੋਗੀ ਤੇ ਗੁਆਂਢ ਵੀ ਬੁਲਾਵਾਂ, ਵੀ ਜਿਹੜੇ ਆਪ ਆਪਣੇ ਯੋਗ ਨਹੀਂ ਉਹ ਕਿਸੇ ਦੂਜੇ ਦੀ ਕੀ ਪੂਰਤੀ ਕਰਨਗੇ? ਉਹ ਕਿਸੇ ਦੂਜੇ ਦਾ ਕੀ ਘਰ ਭਰਨਗੇ? ਜੋ ਆਪ ਉਸ ਦਾਤੇ ਵੱਲ ਨਿਗਾਹ ਲਾਈ ਬੈਠੇ ਨੇ। ਕਹਿੰਦੇ ਬੰਦਿਆਂ ਕੋਲੋਂ ਮੰਗਦਿਆਂ ਕੇਵਲ ਥਕੇਵਾਂ ਹੀ ਪ੍ਰਾਪਤ ਹੋਣਾ। ਸ਼ਰਮ ਦਾ ਮਤਲਬ ਹੁੰਦਾ ਇੱਥੇ ਥਕੇਵਾਂ। ਤੁਰ ਕੇ ਜਾਓਗੇ ਉਹਦੇ ਕੋਲ, ਫਿਰ ਜਾ ਕੇ ਮੰਗੋਗੇ ਤੇ ਮੰਗ ਕੇ ਫਿਰ ਥਕੇਵਾਂ ਹੀ ਪ੍ਰਾਪਤ ਹੋਣਾ। ਇਸ ਕਰਕੇ ਬੰਦਿਆਂ ਕੋਲੋਂ ਨਹੀਂ ਮੰਗਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਮੈਂ ਬੜਾ ਹੈਰਾਨ ਹਾਂ ਵੀ ਕਦੇ ਮੈਂ ਇੱਕ ਪਸ਼ੂ ਨੂੰ ਦੂਸਰੇ ਪਸ਼ੂ ਤੋਂ ਮੰਗਦਿਆਂ ਨਹੀਂ ਵੇਖਿਆ। ਆਪਾਂ ਵੀ ਵੇਖਦੇ ਹਾਂ ਵੀ ਕਦੇ ਕੋਈ ਪਸ਼ੂ ਦੂਜੇ ਪਸ਼ੂ ਕੋਲ ਮੰਗਦਾ ਵੇਖਿਆ? ਜਾਂ ਕੋਈ ਪੰਛੀ ਨੇ ਕਿਸੇ ਪੰਛੀ ਨੂੰ ਰਾਹ 'ਚੋਂ ਘੇਰਿਆ ਹੋਵੇ ਵੀ ਠਹਿਰ, ਰੱਖ ਇੱਥੇ ਜੋ ਤੇਰੇ ਕੋਲ ਹੈ। ਕਹਿੰਦੇ ਵਿਰਤੀ ਕੇਵਲ ਮਨੁੱਖ ਵਿੱਚ ਹੀ ਦਿਸਦੀ ਹੈ। ਬੜੇ ਪਿਆਰੇ ਵਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ। ਉਹ ਕਹਿੰਦੇ ਪਸ਼ੂ ਨਾ ਮੰਗੈ ਪਸ਼ੂ ਤੇ, ਪਸ਼ੂ ਨਾ ਮੰਗੈ ਪਸ਼ੂ ਤੇ, ਪੰਖੇਰੂ ਘੇਰ। ਕਹਿੰਦੇ ਪਸ਼ੂ ਪਸ਼ੂ ਤੋਂ ਮੰਗਦਾ ਨਹੀਂ ਵੇਖਿਆ ਕਦੇ।
ਕਦੇ ਕਿਸੇ ਪੰਛੀ ਨੂੰ ਘੇਰ ਕੇ ਉਹਦੀ ਪੁਰਪੜੀ ਤੇ ਰੱਖੀ ਹੋਵੇ, ਰਿਵਾਲਵਰ ਕੱਢ ਇੱਥੇ ਜੋ ਤੇਰੇ ਕੋਲ ਹੈ, ਕਹਿੰਦੇ ਅਸੀਂ ਨਹੀਂ ਵੇਖਿਆ। ਕਹਿੰਦੇ ਬਿਰਤੀ ਤਾਂ ਕੇਵਲ ਬੰਦਿਆਂ 'ਚ ਹੀ ਦਿਸਦੀ ਹੈ, ਮਨੁੱਖਾਂ 'ਚ ਹੀ ਦਿਸਦੀ ਹੈ। ਮਾਨਕ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਬੰਦਿਆਂ ਕੋਲੋਂ ਕੀ ਮੰਗੀਏ? ਕਹਿੰਦੇ ਉਹਨਾਂ ਕੋਲੋਂ ਮੰਗ ਕੇ ਤਾਂ ਕੇਵਲ ਸ਼ਰਮ ਲਾਜ ਹੀ ਆਉਣੀ। ਜਦੋਂ ਮਿਲਣਾ ਨਹੀਂ ਤੇ ਫਿਰ ਕਿਸੇ ਕੋਲੋਂ ਮੰਗੀ ਅੱਗੋਂ ਦੇਵੇ ਨਾ ਤੇ ਫਿਰ ਸ਼ਰਮ ਦੇ ਨਾਲ ਹੀ ਮਰਦਾ ਬੰਦਾ, ਲਾਜ ਨਾਲ ਹੀ ਮਰਦਾ। ਇੱਕ ਮੇਰਾ ਸਵਾਮੀ ਐਸਾ ਜਿਹਦੇ ਕੋਲੋਂ ਮੰਗੀਏ ਤੇ ਮੰਗ ਕੇ ਲਾਜ ਨਹੀਂ ਆਉਂਦੀ, ਸਗੋਂ ਮਾਣ ਨਾਲ ਮੰਗੀਦਾ। ਬਾਪੂ ਜੇ ਤੇਰੇ ਕੋਲੋਂ ਨਹੀਂ ਮੰਗਣਾ ਤੇ ਕਿੱਥੇ ਜਾਵਾਂ? ਤੇਰਾ ਬੱਚਾ ਹਾਂ, ਤੇਰੇ ਦਰ ਦਾ ਬੱਚਾ, ਤੇਰਾ ਸੇਵਕ ਹਾਂ। ਜਿਹੋ ਜਿਹਾ ਵੀ ਆ ਭਾਵੇਂ ਨਕੰਮਾ ਹਾਂ, ਪਰ ਹਾਂ ਤਾਂ ਤੇਰਾ। ਬੁਰੇ ਭਲੇ ਹਮ ਥਾਰੇ, 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 ਬੁਰੇ ਭਲੇ ਹਮ ਥਾਰੇ। ਜਿਹੋ ਜਿਹੇ ਵੀ ਹਾਂ ਮਹਾਰਾਜ ਤੁਹਾਡੇ ਹਾਂ। ਮਾਨਕ ਕੋ ਜਾਚਤ ਸ਼ਰਮ ਪਾਈਏ। ਬੰਦਿਆਂ ਕੋਲੋਂ ਮੰਗ ਕੇ ਕੇਵਲ ਸ਼ਰਮ ਹੀ ਮਿਲਣਾ, ਲਾਜ ਹੀ ਮਿਲਣੀ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਕੇਵਲ ਥਕੇਵਾਂ ਹੀ ਹਾਸਲ ਹੋਣਾ, ਮਿਲਣਾ ਹੋਰ ਕੁਝ ਨਹੀਂ। ਪ੍ਰਭ ਕੈ ਸਿਮਰਨ ਮੋਖ, ਪਰ ਮੇਰੇ ਉਸ ਪ੍ਰਭੂ ਦੇ ਸਿਮਰਨ ਵਿੱਚ, ਉਹਦਾ ਸਿਮਰਨ ਕੀਤਿਆਂ ਜਿੱਥੇ ਸੰਸਾਰ ਦੇ ਸਾਰੇ ਪਦਾਰਥ ਪ੍ਰਾਪਤ ਹੁੰਦੇ ਨੇ, ਉੱਥੇ ਸੰਸਾਰ ਦੀ ਮਾਇਆ ਤੋਂ ਮੋਖ ਵੀ, ਮੁਕਤੀ ਵੀ ਪ੍ਰਾਪਤ ਹੋ ਜਾਂਦੀ ਹੈ। ਦੋਵੇਂ ਚੀਜ਼ਾਂ ਆ ਗਈਆਂ, ਭੋਗ ਤੇ ਮੋਖ। ਸਤਿਗੁਰੂ ਜੀ ਭੋਗ ਮੋਖ ਦੋਨਾਂ ਦੇ ਦਾਤੇ ਨੇ। ਭੁਗਤੀ ਵੀ ਤੇ ਮੁਕਤੀ ਵੀ ਮੇਰੇ ਸਾਹਿਬ ਨੇ ਆਪਣੇ ਹੱਥ 'ਚ ਰੱਖੀ। ਜਿਹੜਾ ਉਹਦਾ ਸਿਮਰਨ ਕਰਦਾ, ਦੋਵੇਂ ਉਹਨੂੰ ਪ੍ਰਾਪਤ ਹੋ ਜਾਂਦੀਆਂ। ਭੁਗਤੀ ਵੀ ਮਿਲ ਜਾਂਦੀ, ਮੁਕਤੀ ਵੀ ਮਿਲ ਜਾਂਦੀ। ਕਿਸੇ ਮਨੁੱਖ ਕੋਲੋਂ ਚਲੋ ਜੇ ਚਲੇ ਵੀ ਜਾਏ ਕੋਈ ਬੰਦਾ, ਕੀ ਮਿਲੇਗਾ? ਕੋਈ ਵਸਤੂ, ਕੋਈ ਪਦਾਰਥ ਦੇ ਦੇਗਾ, ਕੁਝ ਪੈਸੇ ਦੇ ਦੇਗਾ, ਇਸ ਤੋਂ ਵੱਧ ਹੋਰ ਤਾਂ ਨਹੀਂ ਕੁਝ ਦੇ ਸਕਦਾ। ਸੰਤੁਸ਼ਟੀ ਤਾਂ ਨਹੀਂ ਦੇ ਸਕਦਾ, ਉਹ ਸਬਰ ਤਾਂ ਨਹੀਂ ਦੇ ਸਕਦਾ, ਉਹ ਮੁਕਤੀ ਤਾਂ ਨਹੀਂ ਦੇ ਸਕਦਾ। ਜਹਾਂਗੀਰ ਬਾਦਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਮੇਰੇ ਪੀਰੀ ਦੇ ਮਾਲਕ ਸਾਹਿਬ ਨੂੰ ਕਹਿੰਦਾ ਹੈ, ਮਹਾਰਾਜ ਮੈਂ ਹਾਂ ਪਾਤਸ਼ਾਹ ਹਿੰਦੁਸਤਾਨ ਦਾ। ਹਿੰਦੁਸਤਾਨ ਦੇ ਤਖਤ ਦਾ ਮਾਲਕ ਪਾਤਸ਼ਾਹ। ਤੁਸੀਂ ਇੱਕ ਫਕੀਰ ਸਾਈਂ ਲੋਕ। ਮੈਂ ਹੈਰਾਨ ਹੁੰਨਾ ਜਦੋਂ ਤੁਹਾਡੇ ਸਿੱਖ ਤੁਹਾਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ, ਐਸਾ ਕਿਉਂ? ਸਤਿਗੁਰੂ ਕਹਿਣ ਲੱਗੇ, ਬਾਦਸ਼ਾਹ ਸੀ ਕਿਸੇ ਸਿੱਖ ਨੂੰ ਨਹੀਂ ਕਹਿੰਦੇ ਤੁਸੀਂ ਸਾਨੂੰ ਸੱਚਾ ਪਾਤਸ਼ਾਹ ਕਹੋ। ਉਹ ਉਹਨਾਂ ਦੀ ਆਪਣੀ ਭਾਵਨਾ, ਆਪਣੀ ਮਰਜ਼ੀ ਮੁਤਾਬਕ ਕਹਿੰਦੇ ਆ। ਬਾਦਸ਼ਾਹ ਦੇ ਮਨ 'ਚ ਇਹ ਸੰਦੇਹ। ਆਗਰੇ ਉਤਰੇ ਹੋਏ ਨੇ ਇੱਕ ਬਾਗ ਵਿੱਚ, ਨਾਲ ਨਾਲ ਹੀ ਡੇਰਾ। ਇੱਕ ਜਗ੍ਹਾ ਤੇ ਬਾਦਸ਼ਾਹ, ਇੱਕ ਜਗ੍ਹਾ ਤੇ ਸਤਿਗੁਰੂ ਜੀ। ਦੁਪਹਿਰ ਦਾ ਸਮਾਂ, ਸ਼ਿਕਾਰ ਖੇਡ ਕੇ ਆਏ ਨੇ। ਗੁਰੂ ਘਰ ਦੇ ਕਿਸੇ ਕਾਈਏ ਸਿੱਖ ਨੂੰ ਪਤਾ ਲੱਗਾ, ਕਸੇਰਾ ਸੀ, ਕਾਈਆ ਸੀ, ਘਾਹ ਦੀ ਪੰਡ ਵੇਚ ਕੇ ਆਇਆ। ਬਹੁਤ ਸਾਰੇ ਸ਼ਹਿਰਾਂ ਵਿੱਚ ਘਾਹ ਮੰਡੀਆਂ ਅੱਜ ਵੀ ਮੌਜੂਦ ਨੇ, ਭਾਵੇਂ ਕਿ ਉੱਥੇ ਅੱਜ ਕੱਲ੍ਹ ਘਾਹ ਨਹੀਂ ਵਿਕਦਾ,
ਪਰ ਕਿਸੇ ਸਮੇਂ ਵਿਕਦਾ ਸੀ। ਉਦੋਂ ਉੱਥੋਂ ਨਾ ਪਿਆ ਹੋਇਆ ਕਾਸ ਮੰਡੀ, ਘਾਹ ਵੇਚ ਕੇ ਕੋਈ ਜਿੰਨੇ ਕੁ 2-4 ਪੈਸੇ 5 ਪੈਸੇ ਮਿਲੇ ਹੋਣਗੇ ਉਹ ਲੈ ਕੇ ਚੱਲਿਆ, ਗੁਰੂ ਸਾਹਿਬ ਨੂੰ ਭੇਟਾ ਕਰਾਂਗਾ। ਪਹਿਲਾਂ ਕਦੇ ਦਰਸ਼ਨ ਨਹੀਂ ਸਨ ਕੀਤੇ ਸਤਿਗੁਰਾਂ ਦੇ, ਪਹਿਲੀ ਵਾਰ ਆਇਆ। ਉੱਥੇ ਖੜੇ ਸਿਪਾਹੀਆਂ ਨੂੰ ਪੁੱਛਿਆ ਵੀ ਸੱਚੇ ਪਾਤਸ਼ਾਹ ਕਿੱਥੇ ਨੇ, ਮੈਂ ਉਹਨਾਂ ਦੇ ਦਰਸ਼ਨ ਕਰਨੇ। ਜਹਾਂਗੀਰ ਦੇ ਸਿਪਾਹੀਆਂ ਨੇ ਸੋਚਿਆ ਵੀ ਸ਼ਾਇਦ ਬਾਦਸ਼ਾਹ ਬਾਰੇ ਪੁੱਛਦਾ, ਉਹਨਾਂ ਇਸ਼ਾਰਾ ਕੀਤਾ ਵੀ ਉਹ ਤੰਬੂ ਹੈ। ਦੇਵਨੇਤ ਵੈਸੇ ਬਾਦਸ਼ਾਹ ਕੋਲ ਕੌਣ ਜਾ ਸਕਦਾ ਸੀ। ਉਹਨਾਂ ਵੀ ਆਖਿਆ ਵੀ ਜਿਹੜਾ ਇੰਨੇ ਪਿਆਰ ਨਾਲ ਆਇਆ ਹੈ ਵੀ ਮੈਂ ਦਰਸ਼ਨ ਕਰਨੇ ਆ, ਵੀ ਜਾਣ ਦਿੰਦੇ ਆ ਬਾਦਸ਼ਾਹ ਨੂੰ। ਪੁੱਛਿਆ ਇਜਾਜ਼ਤ ਲੈ ਕੇ, ਬਾਦਸ਼ਾਹ ਕੋਲ ਜਾ ਕੇ 5 ਪੈਸੇ ਰੱਖੇ, ਜ਼ਮੀਨ 'ਤੇ ਮੱਥਾ ਟੇਕਿਆ, ਹੱਥ ਜੋੜ ਕੇ ਖਲੋ ਗਿਆ। ਬਾਦਸ਼ਾਹ ਹੈਰਾਨ, ਬੜੇ ਲੋਕ ਆਏ ਨੇ ਅੱਜ ਤਾਈਂ ਮੇਰੇ ਕੋਲ, ਸਲਾਮਾਂ ਤਾਂ ਕਰਦੇ ਨੇ ਝੁਕ ਝੁਕ ਕੇ, ਪਰ ਉਹਨਾਂ ਦੇ ਝੁਕਣ ਵਿੱਚ ਇਹੋ ਜਿਹਾ ਭਾਵ ਨਹੀਂ ਜੋ ਇਹਦੇ ਵਿੱਚ ਦਿਸ ਰਿਹਾ। ਹਾਂ ਬਈ ਦੱਸ ਕੀ ਚਾਹੀਦਾ ਹੈ? ਮਹਾਰਾਜ ਮੇਰਾ ਲੋਕ ਤੇ ਪਰਲੋਕ ਦੋਵੇਂ ਸਵਾਰ ਦਿਓ। ਬਾਦਸ਼ਾਹ ਹੈਰਾਨ ਵੀ ਪਰਲੋਕ ਵਾਸਤੇ ਤਾਂ ਮੈਂ ਆਪ ਬੇਨਤੀਆਂ ਕਰ ਰਿਹਾ। ਆਖਿਆ ਲੋਕ ਦੀ ਗੱਲ ਕਰ, ਵੀ ਜੇ ਕੋਈ ਥੋੜ੍ਹਾ ਬਹੁਤਾ ਰਾਜ ਭਾਗ ਚਾਹੀਦਾ ਜਾਂ ਕੋਈ ਪੈਸੇ ਚਾਹੀਦੇ ਨੇ ਉਹ ਮੈਂ ਦੇ ਸਕਦਾ, ਪਰ ਜੋ ਤੂੰ ਪਰਲੋਕ ਦੀ ਬਾਤ ਕਰ ਰਿਹਾ ਉਹ ਮੇਰੇ ਕੋਲ ਨਹੀਂ। ਸਿੱਖ ਨੇ ਆਖਿਆ ਤੁਸੀਂ ਕੌਣ ਹੋ? ਕਹਿੰਦਾ ਮੈਂ ਬਾਦਸ਼ਾਹ ਹਾਂ ਜਹਾਂਗੀਰ। ਇੱਕਦਮ ਚੱਕਰਤ ਹੋਇਆ ਸਿੱਖ, 5 ਪੈਸੇ ਅੱਗੋਂ ਚੁੱਕ ਲਏ ਬਿਨਾਂ ਪ੍ਰਵਾਹ ਤੋਂ, ਵੀ ਬਾਦਸ਼ਾਹ ਹੋਵੇਗਾ ਤੂੰ ਹੋਵੇਗਾ। ਬਾਦਸ਼ਾਹ ਵੀ ਹੈਰਾਨ, ਆਖਿਆ ਮੈਂ ਗਲਤ ਥਾਂ ਆ ਗਿਆ ਭੁਲੇਖੇ ਨਾਲ। 5 ਪੈਸੇ ਚੁੱਕੇ ਬਾਹਰ ਨਿਕਲਿਆ, ਮੈਂ ਸੱਚੇ ਪਾਤਸ਼ਾਹ ਕੋਲ ਜਾਣਾ। ਕਹਿੰਦੇ ਫਿਰ ਸੱਚੇ ਪਾਤਸ਼ਾਹ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ। ਬਾਦਸ਼ਾਹ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ ਵੀ ਸਿੱਖ ਗੁਰੂ ਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਆ। ਸਿੱਖ ਗਿਆ, 5 ਪੈਸੇ ਗੁਰੂ ਚਰਨਾਂ 'ਚ ਰੱਖੇ, ਨਮਸਕਾਰ ਕੀਤੀ ਤੇ ਗੁਰਦੇਵ ਨੇ ਇਹਦੇ ਬਿਨਾਂ ਮੰਗਿਆ ਹੀ ਬਚਨ ਕੀਤਾ, ਸਿੱਖਾ ਤੇਰਾ ਲੋਕ ਸੁਖੀ ਤੇ ਪਰਲੋਕ ਸੁਹੇਲਾ। ਸਤਿਗੁਰੂ ਜੀ ਭੋਗ ਤੇ ਮੋਖ ਦੋਨਾਂ ਦੇ ਦਾਤੇ ਨੇ, ਇਸੇ ਕਰਕੇ ਸੱਚੇ ਪਾਤਸ਼ਾਹ। ਤੇ ਐਸੇ ਸੱਚੇ ਪਾਤਸ਼ਾਹ ਦਾ ਜਦੋਂ ਸਿਮਰਨ ਕਰੀਏ, ਪੰਚਮ ਪਾਤਸ਼ਾਹ ਕਹਿੰਦੇ ਪ੍ਰਭੂ ਦੇ ਸਿਮਰਨ ਵਿੱਚੋਂ ਭੋਗ ਤੇ ਮੋਖ ਉਹ ਦੋਵੇਂ ਪ੍ਰਾਪਤ ਹੋ ਜਾਂਦੇ ਆ। ਹਾਂਜੀ ਰਹਾਉ ਭੁਖੇ ਮੁਨ ਜਨ ਸਿਮਰਤ ਪ੍ਰਾਨਾ, ਵੇਦ ਪੁਕਾਰ ਹੈ ਕੋਖ। ਬੜੇ ਬੜੇ ਮੁਨੀਆਂ ਨੇ, ਬੜੇ ਬੜੇ ਮੁਨੀ ਜਨਾਂ ਨੇ, ਰਿਸ਼ੀਆਂ ਨੇ ਸਿਮਰਤੀਆਂ ਨੂੰ ਕੋਖਿਆ, ਪੁਰਾਣਾਂ ਨੂੰ ਕੋਖਿਆ, ਵੇਦਾਂ ਨੂੰ ਕੋਖਣ ਦਾ ਮਤਲਬ ਹੁੰਦਾ ਵੀ ਵਿਚਾਰਨਾ, ਚੰਗੀ ਤਰ੍ਹਾਂ ਪੜਚੋਲ ਕਰਨੀ, ਚੰਗੀ ਤਰ੍ਹਾਂ ਪੜ੍ਹਨਾ। ਕੋਖੇ ਵੇਖੇ, ਵੇਖ ਕੇ ਉਹਨਾਂ ਨੇ ਪੁਕਾਰ ਪੁਕਾਰ ਕੇ ਕਿਹਾ, ਰਿਸ਼ੀਆਂ ਮੁਨੀਆਂ ਤਪਸਵੀਆਂ ਨੇ। ਜਦੋਂ ਉਹਨਾਂ ਨੇ ਵੇਦ ਕੋਖੇ, ਸਿਮਰਤੀਆਂ ਕੋਖੀਆਂ, ਪੜ੍ਹੀਆਂ, ਵੇਖੀਆਂ, ਵਿਚਾਰੀਆਂ, ਤੇ ਫਿਰ ਉਸ ਵੇਲੇ ਉਹ ਮੁਨੀ ਜਨ, ਰਿਸ਼ੀ ਮੁਨੀ ਤਪਸਵੀ ਪੁਕਾਰ ਪੁਕਾਰ ਕੇ ਲੋਕਾਂ ਨੂੰ ਬੋਲੇ, ਕਹਿਣ ਲੱਗੇ ਕਿਰਪਾ ਸਿੰਧ ਸੇਵ ਸਚ ਪਾਈਐ, ਦੋਵੈ ਸੁਹੇਲੇ ਲੋਕ। ਉਹਨਾਂ ਸਭ ਨੇ ਕਿਹਾ, ਤੇ ਪੰਜਵੇਂ ਪਾਤਸ਼ਾਹ ਕਹਿੰਦੇ ਅਸੀਂ ਵੀ ਕਹਿੰਦੇ ਆ ਕਿ ਜਦੋਂ ਉਹ ਕਿਰਪਾ ਦਾ ਸਮੁੰਦਰ
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰੀਝਦਾ ਜਦੋਂ ਉਹਦੀ ਸੇਵਾ ਕਰੀਏ, ਉਹਨੂੰ ਸੇਵੀਏ, ਯਾਨੀ ਕਿ ਉਹਨੂੰ ਸਿਮਰੀਏ, ਉਹਨੂੰ ਅਰਾਧੀਏ, ਉਹਦਾ ਚਿੰਤਨ ਕਰੀਏ ਤੇ ਸੱਚ ਦੀ ਪ੍ਰਾਪਤੀ ਹੁੰਦੀ ਆ। ਔਰ ਇੱਥੇ ਹੀ ਬਸ ਨਹੀਂ, ਉਹਦਾ ਸਿਮਰਨ ਕੀਤਿਆਂ ਦੋਵੇਂ ਸੁਹੇਲੇ ਲੋਕ, ਦੋਵੇਂ ਲੋਕ ਸੁਹੇਲੇ ਹੋ ਜਾਂਦੇ ਨੇ, ਸੁਖੀ ਹੋ ਜਾਂਦੇ ਨੇ। ਲੋਕ ਸੁਖੀਆ ਪਰ ਲੋਕ ਸੁਹੇਲੇ। ਜਹ ਜਾਈਐ ਤਹਾਂ ਸੁਹੇਲੇ, ਜਹ ਜਾਈਐ ਤਹਾਂ ਸੁਹੇਲੇ, ਜਾਈਐ ਤਹਾਂ ਸੁਹੇਲੇ, ਜਹ ਜਾਈਐ ਤਹਾਂ ਸੁਹੇਲੇ, ਜਹ ਜਾਈਐ ਤਹਾਂ ਸੁਹੇਲੇ, ਜਹ ਜਾਈਐ ਤਹਾਂ ਸੁਹੇਲੇ, ਜਾਈਐ ਤਹਾਂ ਸੁਹੇਲੇ, ਜਹ ਜਾਈਐ ਤਹਾਂ ਸੁਹੇਲੇ। ਆਗੈ ਸੁਖ ਮੇਰੇ ਮੀਤਾ, ਪਾਛੈ ਆਨੰਦ ਪ੍ਰਭ ਕੀਤਾ। ਆਗੈ ਪਰਲੋਕ, ਪਾਛੈ ਇਹ ਲੋਕ, ਦੋਵੇਂ ਹੀ ਲੋਕ ਪਰਲੋਕ ਉਹਨਾਂ ਦੇ ਸੁਹੇਲੇ ਹੋ ਜਾਂਦੇ ਨੇ, ਸਫਲੇ ਹੋ ਜਾਂਦੇ ਨੇ, ਸਕਾਰਥੇ ਹੋ ਜਾਂਦੇ ਨੇ, ਜਿਹੜੇ ਉਸ ਕਿਰਪਾ ਸਿੰਧ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦੇ ਹਨ, ਅਰਾਧਦੇ ਹਨ। ਆਨ ਆਚਾਰ ਵਿਵਹਾਰ ਹੈ ਜੇਤੇ, ਬਿਨ ਹਰ ਸਿਮਰਨ ਫੋਕ। ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਜਿੰਨੇ ਆਚਰਣ ਨੇ, ਜਿੰਨੇ ਕਰਮ ਕਾਂਡ ਨੇ ਸੰਸਾਰ ਦੇ, ਇਹ ਫਲਾਣਾ ਬੰਦਾ ਬੜਾ ਖਰਾ ਖੋਟਾ ਹੈ, ਬੜਾ ਸੱਚਾ ਸੁੱਚਾ ਹੈ, ਬੜਾ ਆਚਰਣ ਉਹਦਾ ਹੈ, ਉਹਦਾ ਇਹ ਜੀਵਨ ਦਾ ਨੇਮ ਹੈ, ਜੇ ਉਹ ਸਿਮਰਨ ਨਹੀਂ ਕਰਦਾ ਤਾਂ ਪਾਤਸ਼ਾਹ ਕਹਿੰਦੇ ਉਹਦਾ ਉਹ ਜਿੰਨਾ ਆਚਰਣ ਹੈ, ਜਿੰਨਾ ਆਚਾਰ ਹੈ, ਫੋਕਾ। ਫੁੱਲ ਤਾਂ ਹੈ, ਸੁਗੰਧੀ ਤੋਂ ਵਿਹੂਣਾ, ਖੁਸ਼ਬੂ ਨਹੀਂ ਹੈ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਸਭ ਫੋਕ ਹੈ। ਬਿਨ ਹਰ ਸਿਮਰਨ ਫੋਕ, ਆਪਾਂ ਕਹਿੰਦੇ ਫੋਕ ਰਹਿ ਗਿਆ, ਰਸ ਨਿਕਲ ਗਿਆ ਇਹਦੇ ਵਿੱਚੋਂ। ਜਿਵੇਂ ਗੰਨੇ ਦਾ ਰਸ ਨਿਕਲ ਜਾਏ ਤੇ ਫੋਕ, ਤਿਲਾਂ ਦੇ ਤੇਲ ਵਿੱਚੋਂ ਤੇਲ ਨਿਕਲ ਜਾਏ ਤਾਂ ਉਹ ਫੋਕ। ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਜਿੰਨੇ ਆਚਰਣ ਨੇ, ਹੋਰ ਜਿੰਨੇ ਵੀ ਆਚਰਣ ਨੇ ਜਾਂ ਹੋਰ ਜਿੰਨੇ ਵੀ ਵਿਵਹਾਰ ਨੇ, ਵਿਵਹਾਰ ਜਿਹੜੇ ਵਿਵਹਾਰ ਅਸੀਂ ਕਰਦੇ ਹਾਂ ਸੰਸਾਰ 'ਚ, ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਇਹ ਸਭ ਫੋਕ ਨੇ। ਕਿਉਂਕਿ ਪਰਮਾਰਥ ਦੇ ਰਸਤੇ ਦੇ ਉੱਤੇ ਇਹਨਾਂ ਦਾ ਕੋਈ ਲਾਭ ਨਹੀਂ ਹੋਣਾ। ਸੰਸਾਰਕ ਤੌਰ 'ਤੇ ਅਸੀਂ ਵਿਵਹਾਰ ਕਰਦੇ ਹਾਂ, ਉਹਦੇ ਵਿੱਚ ਸਾਨੂੰ ਲਾਭ ਵੀ ਹੁੰਦਾ, ਨੁਕਸਾਨ ਵੀ ਹੁੰਦਾ, ਅਤੇ ਉਹ ਵਿਵਹਾਰ ਸੰਸਾਰ ਵਿੱਚ ਅਸੀਂ ਕਰਨੇ ਹਨ, ਗ੍ਰਸਤੀ ਹਾਂ, ਹੁੰਦੇ ਵੀ ਨੇ। ਪਰ ਜੇ ਆਖੋ ਕਿ ਇਹ ਜਿਹੜੇ ਵਿਵਹਾਰ ਨੇ ਅੱਗੇ ਪਰਮਾਰਥ ਦੇ ਰਾਹ 'ਤੇ ਵੀ ਮੇਰੇ ਕੰਮ ਆਉਣਗੇ, ਨਹੀਂ, ਉੱਥੇ ਤਾਂ ਕੇਵਲ ਪਰਮੇਸ਼ਰ ਦਾ ਭਜਨ ਕੰਮ ਆਉਣਾ। ਜੇ ਸਿਮਰਨ ਸਹਿਤ ਤੁਸੀਂ ਸੰਸਾਰ ਦੀ ਕੋਈ ਕਿਰਤ ਕਰਦੇ ਹੋ ਤਾਂ ਉਹ ਕਿਰਤ ਧੰਦਾ ਨਹੀਂ ਰਹਿ ਜਾਂਦਾ। ਸਿਮਰਨ ਸਹਿਤ ਕੀਤੀ ਹੋਈ ਕਿਰਤ ਵੀ ਇਬਾਦਤ ਬਣ ਜਾਂਦੀ ਹੈ, ਬੰਦਗੀ ਬਣ ਜਾਂਦੀ ਹੈ। ਤੇ ਸਿਮਰਨ ਵੀ ਹੋਣੇ ਤੁਸੀਂ ਕਿਰਤ ਕਰੋ ਤੇ ਉਹ ਕਿਰਤ ਕੇਵਲ ਧੰਦਾ ਹੈ। ਉਹਨਾਂ ਧੰਦਿਆਂ ਨੂੰ ਪਿੱਟਦਿਆਂ ਜ਼ਿੰਦਗੀ ਲੰਘ ਜਾਂਦੀ ਹੈ, ਪਰਮਾਰਥ ਨਹੀਂ ਸਵਰਦਾ। ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਪਰੀ ਦਹ ਦਿਸ ਅੰਧਿਆਰਾ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਸਭ ਫੋਕ। ਹਾਂਜੀ, ਨਾਨਕ ਜਨਮ ਮਰਨ ਭੈ ਕਾਟੇ, ਮਿਲ ਸਾਧੂ ਬਿਨ ਸੇ ਸ਼ੋਕ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਮੇਰੇ ਮਾਲਕ ਨੇ ਮੇਰੇ ਤੇ ਤਰਸ ਕੀਤਾ, ਮੇਰੇ ਜਨਮ ਤੇ ਮਰਨ ਦਾ ਭੈ ਕੱਟ ਦਿੱਤਾ ਹੈ, ਡਰ ਕੱਟ ਦਿੱਤਾ ਹੈ। ਮਿਲ ਸਾਧੂ ਬਿਨ ਸੇ ਸ਼ੋਕ। ਸਾਧੂ ਜਨਾਂ ਨਾਲ ਮਿਲ ਕੇ ਮੇਰੇ ਜਿੰਨੇ ਸੋਗ ਨੇ ਉਹ ਸਾਰੇ ਬਿਨਸ ਗਏ ਨੇ।
ਮੈਂ ਸਾਰਿਆਂ ਸੋਗਾਂ ਤੋਂ ਰਹਿਤ ਹੋ ਗਿਆ ਹਾਂ। ਧਨਾਸਰੀ ਮਹੱਲਾ ਪੰਜਵਾ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ। ਤ੍ਰਿਸ਼ਨਾ ਬੁਝਦੀ ਹੈ ਕੇਵਲ ਹਰੀ ਦੇ ਨਾਮ ਦੁਆਰਾ। ਤ੍ਰਿਸ਼ਨਾ ਕੀ ਹੈ? ਜ਼ਰੂਰਤ ਤੋਂ ਵੱਧ ਦੀ ਇੱਛਾ ਰੱਖਣੀ, ਉਹਨੂੰ ਤ੍ਰਿਸ਼ਨਾ ਕਹਿੰਦੇ। ਜਿੰਨੀ ਲੋੜ ਹੈ ਉਹਦੇ ਤੋਂ ਵੱਧ ਦੀ ਕਾਂਖਾ ਦਾ ਨਾਮ ਤ੍ਰਿਸ਼ਨਾ। ਉਹ ਤ੍ਰਿਸ਼ਨਾ ਨਹੀਂ ਬੁਝਦੀ। ਬੁਝਦੀ ਹੈ ਇੱਕੋ ਇੱਕ ਤਰੀਕੇ ਨਾਲ, ਜਦੋਂ ਉਹਦੇ ਤੇ ਹਰੀ ਦੇ ਨਾਮ ਦਾ ਤਰੋਂਕਾ ਪੈਂਦਾ ਹੈ। ਹਰੀ ਦੇ ਨਾਮ ਦਾ ਜਦੋਂ ਮੀਂਹ ਪਵੇ ਫਿਰ ਉਹ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ। ਮਹਾ ਸੰਤੋਖ ਹੋਵੈ ਗੁਰ ਬਚਨੇ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਜਿਹੜਾ ਸਿੱਖ ਹੈ ਨਾ, ਗੁਰੂ ਦੇ ਬਚਨਾਂ ਨੂੰ ਸੁਣ ਕੇ ਸੰਤੁਸ਼ਟ ਹੋ ਜਾਂਦਾ, ਉਹਦੇ ਅੰਦਰ ਸਬਰ ਆ ਜਾਂਦਾ। ਸਤਿਗੁਰੂ ਜੀ ਕਹਿ ਦੇਣ ਨਾ, ਸਿੱਖਾ ਹੋਵੇਗਾ ਇਹ ਕੰਮ, ਸਿੱਖ ਇਹ ਸਮਝ ਲੈਂਦਾ ਸੰਤੋਖ ਧਾਰ ਕੇ ਵੀ ਸਾਹਿਬ ਨੇ ਕਹਿ ਦਿੱਤਾ ਤਾਂ ਹੋਵੇਗਾ। ਗੁਰੂ ਦੇ ਬਚਨਾਂ ਨਾਲ ਸਿੱਖ ਦਾ ਹਿਰਦਾ ਸੰਤੋਖ ਸਹਿਤ ਹੋ ਜਾਂਦਾ, ਸਬਰ ਸਹਿਤ ਹੋ ਜਾਂਦਾ। ਔਰ ਪ੍ਰਭ ਸਿਉ ਲੱਗ, ਰੱਬ ਦੇ ਨਾਲ, ਵਾਹਿਗੁਰੂ ਨਾਲ, ਪਰਮੇਸ਼ਰ ਨਾਲ ਉਸ ਸਿੱਖ ਦਾ ਧਿਆਨ ਜੁੜ ਜਾਂਦਾ ਹੈ। ਰਹਾਉ ਮਹਾ ਕਲੋਲ ਬੁਝੈ ਮਾਇਆ ਕੇ, ਕਰ ਕਿਰਪਾ ਮੇਰੇ ਦੀਨ ਦਿਆਲ। ਜਿਨ੍ਹਾਂ ਤੇ ਮੇਰੇ ਦੀਨ ਦਿਆਲ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਤਰਸ ਕਰਦੇ ਨੇ, ਉਹਨਾਂ ਦੇ ਅੰਦਰ ਕਲੋਲ, ਕਲੋਲ ਦਾ ਮਤਲਬ ਹੁੰਦਾ ਤਰੰਗਾਂ, ਲਹਿਰਾਂ। ਪਾਣੀ 'ਚ ਲਹਿਰਾਂ ਉੱਠਦੀਆਂ, ਕਹਿੰਦੇ ਜਿਹੜੀਆਂ ਇਹ ਮਾਇਆ ਦੀਆਂ ਲਹਿਰਾਂ ਨੇ ਨਾ, ਉੱਠਦੀਆਂ ਨੇ, ਉਛਲਦੀਆਂ ਨੇ, ਜਿਨ੍ਹਾਂ ਵਿੱਚ ਜੀਵ ਦਾ ਮਨ ਡਿੱਗੋ ਡੋਲੇ ਖਾਂਦਾ ਹੈ, ਜਿਨ੍ਹਾਂ ਤੇ ਮੇਰੇ ਮਾਲਕ ਨੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ, ਉਹਨਾਂ ਦੇ ਅੰਦਰੋਂ ਇਹ ਮਾਇਆ ਦੀਆਂ ਤਰੰਗਾਂ ਸ਼ਾਂਤ ਹੋ ਗਈਆਂ। ਉਹਨਾਂ ਅੰਦਰ ਇਹ ਮਾਇਆ ਦੀਆਂ ਲਹਿਰਾਂ ਵਾਹਿਗੁਰੂ ਪਰਮੇਸ਼ਰ ਨਹੀਂ ਉੱਠਣ ਦਿੰਦਾ। ਆਪਣਾ ਨਾਮ ਦੇਹ ਜਪ ਜੀਵਾ, ਪੂਰਨ ਹੋਏ ਦਾਸ ਕੀ ਕਾਲ। ਮਹਾਰਾਜ ਜੀ ਕਿਰਪਾ ਕਰੋ, ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ੋ। ਤੁਹਾਡਾ ਅੰਮ੍ਰਿਤ ਨਾਮ ਜਪ ਜਪ ਕੇ ਅਸੀਂ ਜੀਵੀਏ ਤੇ ਸਾਡੀ ਘਾਲਣਾ ਪੂਰਨ ਪੈ ਜਾਵੇ। ਸਰਬ ਮਨੋਰਥ ਰਾਜ ਸੁਖ ਰਸ, ਸਦ ਖੁਸ਼ੀਆਂ ਕੀਰਤਨ ਜਪ ਨਾਮ। ਕਹਿੰਦੇ ਜਦੋਂ ਪਰਮੇਸ਼ਰ ਦਾ ਕੀਰਤਨ ਕਰੀਏ ਤੇ ਵਾਹਿਗੁਰੂ ਦਾ ਨਾਮ ਜਪੀਏ, ਉਹਦੇ ਚੋਂ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ, ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ। ਸਾਰੇ ਰਾਜ ਸੁੱਖ ਉਸੇ ਵਿੱਚ ਹੀ ਨੇ ਸਿੱਖ ਲਈ ਜਿੱਥੇ ਹਰੀ ਦਾ ਕੀਰਤਨ ਹੁੰਦਾ, ਜਿੱਥੇ ਹਰੀ ਦਾ ਨਾਮ ਜਪਿਆ ਜਾਂਦਾ। ਤਦੇ ਭਗਤ ਜੀ ਵੀ ਕਹਿੰਦੇ, ਰਾਜ ਲੀਲਾ ਤੇਰਾ ਨਾਮ ਬਨਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਕਹਿੰਦੇ ਮੇਰਾ ਵਾਸਤੇ ਤਾਂ ਰਾਜ ਲੀਲਾ ਬਣੀ ਹੋਈ ਹੈ, ਵਾਹਿਗੁਰੂ ਤੇਰਾ ਨਾਮ ਜਪਣਾ, ਤੇਰਾ ਨਾਮ ਧਿਆਉਣਾ, ਮੇਰੇ ਲਈ ਇਹੀ ਸਰਬ ਸੁੱਖ ਨੇ, ਇਹੀ ਮੇਰੇ ਲਈ ਸਰਬ ਰਾਜ ਹਨ। ਹਾਂਜੀ। ਜਿਸ ਕੈ ਕਰਮ ਲਿਖਿਆ ਧੁਰ ਕਰਤੈ, ਨਾਨਕ ਜਨ ਕੇ ਪੂਰਨ ਕਾਮ। ਕਹਿੰਦੇ ਭਾਈ, ਜਿਸ ਤੇ ਮੇਰੇ ਵਾਹਿਗੁਰੂ ਨੇ ਤਰਸ ਕੀਤਾ, ਧੁਰ ਦਰਗਾਹ ਤੋਂ ਜਿਸ ਦੇ ਮੱਥੇ ਤੇ ਕਰਮ ਲਿਖੇ ਨੇ, ਨਾਨਕ ਜਨ ਕੇ ਪੂਰਨ ਕਾਮ। ਉਹਨਾਂ ਜਨਾਂ ਦੇ ਪਾਤਸ਼ਾਹ ਕਹਿੰਦੇ ਸਾਰੇ ਕੰਮ ਪੂਰਨ ਹੋ ਜਾਂਦੇ ਨੇ, ਸਫਲੇ ਹੋ ਜਾਂਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਇਹ ਗਾਵਿਆ ਸੁਣਿਆ ਮਹਾਰਾਜ ਜੀ ਦੇ ਚਰਨਾਂ 'ਚ ਪ੍ਰਵਾਨ ਹੋਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ।
ਆਦਿ ਅੰਤ ਪ੍ਰਭ ਸਦਾ ਸਹਾਈ। ਆਦਿ ਅੰਤ ਪ੍ਰਭ ਸਦਾ ਸਹਾਈ। ਅੰਤ ਪ੍ਰਭ ਸਦਾ ਸਹਾਈ। ਆਦਿ ਅੰਤ ਪ੍ਰਭ ਸਦਾ ਸਹਾਈ। ਧਨ ਹਮਾਰਾ ਮੀਤ, ਧਨ ਹਮਾਰਾ ਮੀਤ। ਹਮਾਰਾ ਮੀਤ, ਧਨ ਹਮਾਰਾ ਮੀਤ। ਧਨ ਹਮਾਰਾ ਮੀਤ, ਧਨ ਹਮਾਰਾ ਮੀਤ। ਹਮਾਰਾ ਮੀਤ, ਧਨ ਹਮਾਰਾ ਮੀਤ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਔਖੀ ਘੜੀ ਨਾ ਦੇਖਣ ਦੇਈ, ਔਖੀ ਘੜੀ ਨਾ ਦੇਖਣ ਦੇਈ। ਔਖੀ ਘੜੀ ਨਾ ਦੇਖਣ ਦੇਈ, ਔਖੀ ਘੜੀ ਨਾ ਦੇਖਣ ਦੇਈ। ਆਪਣਾ ਬਿਰਦ ਸੰਭਾਲੇ, ਆਪਣਾ ਬਿਰਦ ਸੰਭਾਲੇ। ਆਪਣਾ ਬਿਰਦ ਸੰਭਾਲੇ, ਆਪਣਾ ਬਿਰਦ ਸੰਭਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।